ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਵੰਤ ਕੌਰ ਦੀ ਕਹਾਣੀ ਦਾ ਅਗਲਾ ਭਾਗ। ਕੁਝ ਦਿਨ ਸਤਵੰਤ ਕੌਰ ਉੱਥੇ ਰਹੀ ਔਰ ਫਾਤਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਣ ਇਸ ਨੂੰ ਚੜਾਈ ਗਈ ਹੈ ਕੀ ਅਸਰ ਕਰਦੀ ਹੈ। ਸੋ ਉਸਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ। ਫਾਤਮਾ ਦਾ ਸਿਦਕ ਦਿਨੋਂ ਦਿਨ ਤਰੱਕੀ ਕਰਦਾ ਹੈ। ਬਾਕੀ ਨਾਮ ਦਾ ਪ੍ਰੇਮ ਵੱਧ ਰਿਹਾ ਹੈ। ਈਰਖਾ ਮਾਨ ਛੱਡ ਗਏ ਹਨ। ਹਰ ਵੇਲੇ ਪ੍ਰਸੰਨ ਬਦਨ ਦਿਸਦੀ ਹੈ। ਬੋਲ ਮਿੱਠਾ ਹੋ ਗਿਆ ਹੈ ਤੇ ਦਿਲ ਦੀ ਜਮਾਂਦਰੂ ਕਰੜਾਈ ਘਟ ਰਹੀ ਹੈ। ਇੱਕ ਹੋਰ ਵਾਧਾ ਇਹ ਹੋਇਆ ਕਿ ਪੁੱਤਰ ਨੂੰ ਵੀ ਇਸੇ ਰਸਤੇ ਪਾਉਣ ਦੇ ਆਹਾਰ ਵਿੱਚ ਹੈ। ਉਸ ਨੂੰ ਤੜਕੇ ਉਠਾਉਂਦੀ ਹੈ ਔਰ ਬੇਨਤੀ ਕਰਨ ਦਾ ਵੱਲ ਸਿਖਾਉਂਦੀ ਹੈ। ਇੱਥੇ ਹੀ ਬਸ ਨਹੀਂ, ਪਤੀ ਦੇ ਕੰਨੀ ਕਈ ਵਾਰੀ ਇਹ ਗੱਲ ਵੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ, ਤੁਸੀਂ ਐਵੇਂ ਕਤਰਾ ਦਿੰਦੇ ਹੋ। ਜੇ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ, ਕਦੀ ਹਾਂ ਕਹਿ ਛੱਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿੱਚੋਂ ਖਬਰ ਆਉਂਦੀ ਹੈ ਤਦ ਖਾਂ ਗੱਲ ਕਰਦਾ ਹੈ ਔਰ ਕੁਝ ਵੱਧ ਘੱਟ ਕਹਿੰਦਾ ਹੈ। ਤਦ ਬੇਵਸੇ ਹੰਝੂ ਫਾਤਮਾ ਦੇ ਨੇਤਰਾਂ ਵਿੱਚ ਆ ਜਾਂਦੇ ਹਨ ਔਰ ਕਹਿੰਦੀ ਹੈ ਕਿ ਕਿਉਂ ਉਹਨਾਂ ਨੂੰ ਐਸਾ ਦੁੱਖ ਦਿੰਦੇ ਹੋ। ਭਲਾ ਜੇ ਕੋਈ ਸਾਨੂੰ ਆ ਕੇ ਇਸੇ ਤਰ੍ਹਾਂ ਸਾਡੇ ਘਰ ਵਿੱਚ ਦੁੱਖ ਦੇਵੇ ਤਾਂ ਅਸੀਂ ਕਿੱਡਾ ਬੁਰਾ ਮਨਾਈਏ। ਇਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਦੇਸ਼ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੋਹਣ। ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੋਹਣ ਜਾ ਪਵੇ। ਹਰ ਦੇਸ਼ ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ। ਜਦੋਂ ਕੋਈ ਕਿਸੇ ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸ ਦੀ ਰੱਖਿਆ ਕਰਨ। ਕਿਸੇ ਦਾ ਘਰ ਖੋਹਣਾ, ਕਿਸੇ ਦਾ ਦੇਸ਼ ਖੋਹਣਾ ਇੱਕ ਬਰਾਬਰ ਪਾਪ ਕੰਮ ਹੈ। ਜੋ ਪਾਤਸ਼ਾਹ ਦੂਸਰੇ ਦੇਸ਼ ਨੂੰ ਗੁਲਾਮੀ ਵਿੱਚ ਪਾਉਂਦਾ ਹੈ ਉਹ ਸਾਰੀ ਦੁਨੀਆ ਦੀ ਸਾਂਝੀ ਤਰੱਕੀ ਦੇ ਰਸਤੇ ਵਿੱਚ ਪੱਥਰ ਰੱਖ ਰਿਹਾ ਹੈ, ਅਰਥਾਤ ਮਨੁੱਖ ਮਾਤਰ ਨੂੰ ਅੱਗੇ ਵਧਣੋਂ ਰੋਕ ਰਿਹਾ ਹੈ। ਗੱਲ ਕੀ ਇਸ ਪ੍ਰਕਾਰ 2 ਮਹੀਨੇ ਲੰਘ ਗਏ। ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਦਾ ਹੈ। ਸੋ ਤਿਆਰੀ ਕੀਤੀ। ਫਾਤਮਾ ਨੂੰ ਕਹਿ ਦਿੱਤਾ ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ। ਛੇਕੜ ਇੱਕ ਦਿਨ ਉਸ ਨੂੰ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁੱਪ ਕੀਤੀ ਤੁਰ ਜਾਵਾਂਗੀ ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫਾਤਮਾ ਬਥੇਰੇ ਜ਼ੋਰ ਲਾ ਰਹੀ ਪਰ ਬੱਧੇ ਕਦੀ ਨਾ ਰਹਿ ਸਕੇ। ਪੰਛੀ ਤੇ ਦਰਵੇਸ਼ ਸਮਾਂ ਦਾਓ ਜਦ ਫੱਬ ਗਿਆ, ਨਿਕਲ ਤੁਰੇ ਪਰਦੇਸ। ਸੋ ਇੱਕ ਦਿਨ ਰਾਤ ਦੇ 2 ਵਜੇ ਜਦ ਫਾਤਮਾ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਔਰ ਮਰਦਾਵਾਂ ਭੇਸ ਕਰਕੇ ਜਿਕਰ ਪਹਿਲੇ ਨਿਕਲੀ ਸੀ ਹੁਣ ਫੇਰ ਨਿਕਲ ਤੁਰੀ। ਉਸ ਘਰ ਵਿੱਚੋਂ ਜਿੱਥੇ ਕਦੇ ਕੈਦ ਹੋ ਕੇ ਆਈ ਸੀ, ਜਿਨ੍ਹਾਂ ਨੂੰ ਕੈਦੋ ਮੌਤੋਂ ਤੇ ਨਰਕੋਂ ਛੁਡਾ ਦਿੱਤਾ ਸੀ, ਸਤਵੰਤ ਕੌਰ ਛੇਕੜ ਦਾ ਗੁੱਛਾ ਅੰਗੂਰਾਂ ਦਾ ਛਕ ਕੇ ਆਪਣੇ ਰਸਤੇ ਪਈ। ਫਾਤਮਾ ਨੇ 2 ਕੁ ਸੌ ਮੋਹਰ ਔਰ ਹੋਰ ਮਾਲ ਇਸ ਦੇ ਅਰਪਣ ਕੀਤਾ ਹੋਇਆ ਸੀ ਜੋ ਇਹ ਲੈਂਦੀ ਨਹੀਂ ਸੀ, ਪਰ ਉਹ ਧਿੰਗੋਂ ਜੋਰੀ ਸੁੱਟ ਗਈ ਸੀ। ਸੋ ਸਭ ਕੁਝ ਪਿਆ ਛੱਡ ਕੇ ਕੇਵਲ ਆਪਣੇ 2 ਹੱਥ ਤੇ ਪੈਰਾਂ ਸਮੇਤ ਸਤਵੰਤ ਕੌਰ ਤੁਰ ਗਈ। ਇੱਥੋਂ ਨਿਕਲ ਕੇ ਸਤਵੰਤ ਕੌਰ ਦਬੇ ਪੈਰ ਉਸ ਕੰਦਰਾਂ ਵਿੱਚ ਅੱਪੜੀ ਜਿੱਥੇ ਮਹਾਤਮਾ ਰਹਿੰਦੇ ਸਨ। ਇਹ ਇੱਕ ਖੱਡ ਜਿਹੀ ਦੇ ਵਿੱਚ ਇੱਕ ਟਿੱਬੇ ਜਿਹੇ ਦੇ ਓਹਲੇ ਥਾਂ ਸੀ, ਜਿਸ ਨੂੰ ਪਰਲੇ ਪਾਸੇ ਵੱਲੋਂ ਇੱਕ ਹੋਰ ਐਸਾ ਹੀ ਗੁਪਤ ਜਿਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਇਹ ਕੀ ਦੇਖਦੀ ਹੈ ਕਿ ਨੀਵਾਂ ਜਿਹਾ ਦੀਵਾ ਜਗ ਰਿਹਾ ਹੈ ਔਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ। ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲ੍ਹੀਆਂ, ਬੀਬੀ ਨੂੰ ਦੇਖ ਕੇ ਮੁਸਕਰਾਏ, ਫਿਰ ਬੋਲੇ, ਸੁਣਾ ਬਚੜਾ, ਗੁਰੂ ਕਾ ਕਾਰਜ ਸਵਾਰ ਆਈ ਹੈ। ਸਿਰ ਨਿਵਾ ਕੇ ਬੇਬਲਤਾ ਨਾਲ ਰੋ ਕੇ ਸਤਵੰਤ ਕੌਰ ਨੇ ਕਿਹਾ, ਮਹਾਰਾਜ ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ। ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿੱਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ, ਕਬੀਰ ਪਾਰ ਪਰਾਈ, ਸਿਰ ਚਰੈ ਚਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੈ ਆਗੇ ਔਕੜ ਘਾਟ। ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ। ਇਹ ਉੱਤਰ ਸੁਣ ਕੇ ਆਪ ਨੇ ਪ੍ਰਸੰਨਤਾ ਪੂਰਵਕ ਕਿਹਾ, ਪੁੱਤਰੀ ਤੂੰ ਧਨਿਆ ਹੈ, ਤੇਰਾ ਜਨਮ ਧਨ ਹੈ। ਸਾਡੀ ਸਿੱਖਿਆ ਯਾਦ ਰੱਖੀ, ਭਾਵੇਂ ਪਰਮੇਸ਼ਰ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ, ਬੰਦਗੀ ਨਹੀਂ ਛੱਡਣੀ ਤੇ ਪਰਮੇਸ਼ਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ। ਨਾਮ ਤੋਂ ਕਦੇ ਨਹੀਂ ਉਕਣਾ। ਕਲਯੁਗ ਵਿੱਚ ਇਹਨਾਂ ਦੋਹਾਂ ਸਾਧਨਾਂ ਬਿਨਾਂ ਸਾਧ ਮਾਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਨਾਨਕ ਭੈ ਵਿਣ ਜੇ ਮਰੇ, ਮੂੰਹ ਕਾਲੇ ਉੱਠ ਜਾਏ।
ਉਹ ਪਾਰ ਬ੍ਰਹਮ ਦਾ ਨਿਰਮਲ ਭਉ ਸੁੱਖਾਂ ਦਾ ਮੂਲ ਹੈ। ਅਕਸਰ ਮੱਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਜਾਂ ਖਿਆਲ ਕਰਕੇ ਕਿ ਆ ਗਏ ਹਾਂ, ਨਿਡਰ ਤੇ ਗੁਮਤਾਕ ਹੋ ਜਾਂਦੇ ਹਨ। ਇਹ ਅਸਲ ਵਿੱਚ ਡਿੱਗਣ ਦੇ ਸਮਾਨ ਹੁੰਦੇ ਹਨ। ਉਸ ਵੇਲੇ ਇੱਕ ਅਤੀ ਸੂਖਮ ਹਉਮੈ ਅਵਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸਵੈ ਸਰੂਪ ਸਥਿਤ ਹਾਂ ਕਿ ਹਉਮੈ ਦੇ ਇੱਕ ਪਾਰਦਰਸ਼ਕ ਸੂਖਮ ਪਰਦੇ ਵਿੱਚ ਹਾਂ। ਜਿਸ ਪਰਦੇ ਨੂੰ ਮਹਾਰਾਜ ਨੇ ਭੰਬੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ, ਜਦ ਤੱਕ ਦੇ ਤਦ ਤੱਕ ਕਰਤਾ ਪੁਰਖ ਦਾ ਅਦਬ ਰੱਖਣਾ ਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਦਾ ਹੈ। ਸਾਈਂ ਦਾ ਮੇਲ ਤਾਂ ਅਭੈਤਾ ਹੈ, ਪਰ ਹਉਮੈ ਸੂਖਮ ਵੀ ਵਿੱਥ ਦੀ ਨਿਸ਼ਾਨੀ ਹੈ। ਦੇਖੋ, ਜਿਸ ਇਸਤਰੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਦੇ ਹੁਕਮ ਹਾਸਲ ਕਰਾ ਦੇਵੇ, ਆਪ ਵੀ ਉਸੇ ਦੇ ਕਹੇ ਚੱਲੇ ਔਰ ਲਾਡ ਵੀ ਸਹਾਰੇ ਉਸ ਪਟਰਾਣੀ ਦਾ ਧਰਮ, ਤਦ ਵੀ ਅਦਬ ਹੈ, ਕਿਉਂਕਿ ਉਹ ਅਦਬ ਨੇ ਉੱਥੋਂ ਤੱਕ ਪਹੁੰਚਾਈ ਸੀ। ਜੇ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਵੀ ਜਾਵੇ, ਤਦ ਵੀ ਬੇਅਦਬੀ ਵਿੱਥ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿੱਚੋਂ ਹਉਮੈ ਹੁੰਦੀ ਹੈ। ਇਹ ਉਪਦੇਸ਼ ਸੁਣ ਕੇ ਸਤਵੰਤ ਕੌਰ ਨੇ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਕੀਤਾ ਔਰ ਕਿਹਾ, ਮਹਾਰਾਜ ਜੀ, ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ, ਆਪ ਖੁਸ਼ੀ ਕਰੋ। ਗੁਰਮੁਖ ਜੀ ਨੇ ਕਿਹਾ, ਬਚੜਾ, ਜੋ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬਿਰਧ ਪੁਰਖ ਨਾਲ, ਜਿਨ੍ਹਾਂ ਦਾ ਨਾਉਂ ਲੱਧਾ ਸਿੰਘ ਹੈ, ਤਿਆਰਾ ਕੀਤਾ ਸੀ, ਸੋ ਠੀਕ ਹੈ। ਹੁਣ ਉਹ ਤਿਆਰ ਹੈ। ਤੁਹਾਡੀ ਭਾਲ ਬਹੁਤ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਊ, ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ। 15 ਦਿਨਾਂ ਨੂੰ ਕਾਫਲਾ ਤੁਰਨ ਵਾਲਾ ਹੈ। ਅਸੀਂ ਵੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁੱਕਾ। ਕਾਬਲ ਦੀ ਸਿੱਖੀ ਨੂੰ ਦੇਖਭਾਲ ਸੰਭਾਲ ਲਿੱਤਾ ਹੈ। ਹੁਣ ਕੰਧਾਰ ਵੱਲ ਜਾਣਾ ਹੈ, ਫਿਰ ਚੀਮਨ ਦੇ ਰਸਤਿਓਂ ਅਸੀਂ ਮੁੜ ਕੇ ਪੰਜਾਬ ਅੱਪੜਾਂਗੇ। ਇਸ ਪ੍ਰਕਾਰ ਦੇ ਬਚਨ ਵਿਲਾਸ ਕਰਦਿਆਂ ਕਰਾਉਂਦਿਆਂ ਪੋ ਫੁੱਟ ਪਈ। ਬਾਬਾ ਲੱਧਾ ਸਿੰਘ ਵੀ ਆ ਪਹੁੰਚਾ। ਸੰਤਾਂ ਨੇ ਸਤਵੰਤ ਦੀ ਬਾਂਹ ਉਸਦੇ ਹੱਥ ਦੇ ਕੇ ਕਿਹਾ, ਇਹਨਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ। ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤੱਕ ਤੁਸਾਂ ਵੀ ਉੱਥੇ ਹੀ ਰਹਿਣਾ। ਗੱਲ ਦੀ ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ ਔਰ ਤੁਰਨ ਦੀਆਂ ਤਿਆਰੀਆਂ ਲੱਗੀਆਂ ਹੋਣ। ਸਾਧੂ ਜਨ ਤਾਂ 2-4 ਦਿਨ ਮਗਰੋਂ ਕੰਧਾਰ ਪਧਾਰ ਗਏ ਤੇ ਇੱਧਰ ਟੁਰਨ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਔਰ ਵਕਤ ਨਿਯਤ ਹੋ ਚੁੱਕਾ ਸੀ, ਸੋ ਹੁਣ ਕੇਵਲ ਬੰਨ ਬਣਾ ਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰਦਾਵਾ ਸੀ ਔਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿੱਚ ਪ੍ਰਸਿੱਧ ਸੀ। ਬਾਬਾ ਲੱਧਾ ਸਿੰਘ ਹੁਰੀ ਉਂਝ ਹੀ ਉਸ ਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸ ਦੀ ਹੱਦੋਂ ਵੱਧ ਖਾਤਰ ਕਰਨ ਲੱਗ ਪਿਆ। ਆਦਰ ਪਾ ਕੇ ਉਹ ਸਿੰਘ ਦੀ ਪੁੱਤਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਔਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਬਿਰਦ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਹੇ ਗਹੇ ਕੀ ਲਾਜ ਹੈ। ਮੈਂ ਨੀ ਕਰਮਨ ਤਾਂ ਅਸੀਂ ਐਸੀ ਮੰਦ ਭਾਗਨ ਹਾਂ ਕਿ ਪਸ਼ੂਆਂ ਵਾਂਗੂ ਵਿਕ ਗਈ ਤੇ ਗੁਲਾਮੀ ਵਿੱਚ ਪੈ ਗਈ। ਇਸ ਗੁਲਾਮੀ ਵਿੱਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਣ ਤੇ ਵਡਿਆਈ ਬਖਸ਼ੀ, ਕਿੰਨਾ ਬਿਪਤਾਂ ਵਿੱਚੋਂ ਕੱਢਿਆ, ਕੀ ਔਂਕੜਾਂ ਕੱਟੀਆਂ ਤੇ ਹੁਣ ਕਿਸ ਆਰਾਮ ਵਿੱਚ ਪਹੁੰਚਾ ਦਿੱਤਾ ਹੈ। ਮੇਰਾ ਇਸ ਵਿੱਚ ਕੁਝ ਨਹੀਂ, ਸ਼ੁਕਰ ਹੈ ਉਸ ਸੱਚੇ ਮਾਲਕ ਦਾ। ਗੱਲ ਕੀ, ਜਿਉਂ ਆਰਾਮ ਮਿਲਿਆ ਤਿਉਂ ਜਸਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ, ਸਗੋਂ ਜਿਹੜੇ ਉਸ ਦਾ ਮਾਣ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਵੀ ਰਿਣੀ ਸਮਝਦੀ। ਪਰ ਕਹਿੰਦੀ, ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤਾਂ ਇਹਨਾਂ ਸੱਜਣਾਂ ਨੂੰ ਵੀ ਧੋਖਾ ਦੇ ਰਹੀ ਹਾਂ ਕਿ ਹਾਂ ਤ੍ਰਿਮਤ ਤੇ ਬਣੀ ਹਾਂ ਮਰਦ। ਪਰ ਧਨ ਹਨ ਇਹ ਜੋ ਗੁਰੂ ਜੀ ਦੇ ਨਾਮ ਪਿੱਛੇ ਮੇਰੀ ਜਹੀ ਦਾ ਸਤਿਕਾਰ ਕਰਦੇ ਹਨ। ਇਹਨਾਂ ਦੇ ਹਿਰਦੇ ਕੈਸੇ ਉੱਤਮ ਕਿ ਮੇਰੇ ਤੇ ਉਪਕਾਰ ਕਰ ਰਹੇ ਹਨ। ਸਤਵੰਤ ਵਾਹਿਗੁਰੂ ਦੀ ਮਿਹਰ ਦਾ ਕਾਰਨ ਜਾਣ ਕੇ ਸੁਰਤ ਵਿੱਚ ਅੰਦਰੋਂ ਉੱਚੀ ਤੇ ਸਿਮਰਨ ਦੇ ਸਹਿਜ ਰੰਗ ਵਿੱਚ ਰਹਿੰਦੀ। ਪਿਆਰੇ ਸੱਜਣੋ, ਪਿਛਲੇ ਬਜ਼ੁਰਗਾਂ ਵਿੱਚ ਇਹ ਗੁਣ ਹੁੰਦੇ ਸਨ ਕਿ ਉਹ ਮਾਣ ਪਾ ਕੇ ਵੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ। ਤਦੇ ਤਾਂ ਪੰਥ ਵਿੱਚ ਪਰਸਪਰ ਪਿਆਰ ਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ। ਅੱਜ ਕੱਲ੍ਹ ਤਾਂ ਜਿਸ ਨੂੰ 4 ਸਰੀਰ ਵੱਡਾ ਜਾਂ ਆਗੂ ਕਹਿਣ ਲੱਗ ਪੈਣ, ਉਸ ਦੀ ਆਕੜ ਦਾ ਅੰਤ ਨਹੀਂ ਰਹਿੰਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਵੱਡਾ ਹੋ ਗਿਆ ਹਾਂ। ਨਹੀਂ ਸੋਚਦਾ ਕਿ ਉਹ ਮੇਰੀ ਦੇਹੀ ਹੈ। ਉਹ ਮਨ ਬੁੱਧੀ ਅੰਗ ਮੇਰੇ ਹਨ, ਜੋ ਇਹਨਾਂ ਦੇ ਹਨ। ਆਤਮ ਸੱਤਾ ਕਹਾਂ
ਤਾਂ ਸਭ ਵਿੱਚ ਇੱਕ ਹੈ। ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ, ਇਹ ਅਗਿਆਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹਉਮੈ ਦਾ ਤਿਆਗ ਹੈ। ਜੇ ਹੁਣ ਕਹੋ ਤਦ ਹਰੇਕ ਵਿੱਚ ਇੱਕ ਨਾ ਇੱਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਇਹ ਨੀਚਾਂ ਦੇ ਵੀ ਅਮਿਤ ਹੁੰਦੀ ਹੈ। ਜੇ ਕਹੋ ਕਿ ਲੋਕ ਜੋ ਮੈਨੂੰ ਆਗੂ ਤੇ ਵੱਡਾ ਕਹਿੰਦੇ ਹਨ, ਤਦ ਜਾਣੋ ਕਿ ਇਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿੱਚ ਹਉਮੈ ਘਟੀ ਤੇ ਸਾਨੂੰ ਮਾਣ ਨੇ ਘੇਰਿਆ, ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ। ਤੇ ਜੇ ਕਹੋ ਕਿ ਸਾਨੂੰ ਬਾਣੀ ਨੇ ਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ। ਸੁਭਾਗ ਹੋਵੋ ਜੇ ਇੱਕ ਸੇਵਾ ਸੁਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤਰੀ ਵਿੱਚ ਵਰਤੋ, ਉੱਚੇ ਰਹੋ, ਮੱਤ ਵਿੱਚ ਸੁਰਤ ਵਿੱਚ ਦਾਤੇ ਰਹੋ, ਵਾਹਿਗੁਰੂ ਦੀ ਰਖਵਾਲੀ ਵਿੱਚ ਰਹਿਣ ਵਾਲੀ ਮੱਤ ਵਿੱਚ ਟਿਕੇ ਹੋਏ, ਪਰ ਮਨ ਵਿੱਚ ਰਹੇ ਸਗਲ ਚਰਨ ਕੀ ਇਹ ਮਨ ਰਾਲਾ। ਗੁਰਮੁਖ ਦਾ ਧਰਮ ਮਨ ਨੀਵਾ ਮੱਤ ਉੱਚੀ। ਇਹ ਸਮਝ ਜੇ ਸੰਸਾਰਕ ਪਰਮਾਰਥ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਵਿੱਚ ਰਹੇ ਤਾਂ ਆਪ ਵੀ ਤਰ ਜਾਂਦੇ ਹਨ ਤੇ ਸੰਸਾਰ ਵੀ ਤਰਦਾ ਹੈ, ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ। ਹੁਣ ਪਰਮਾਰਥ ਵਿੱਚ ਜਗਿਆਸੂਆਂ ਦੀ ਸ਼ਰਧਾ, ਪ੍ਰੇਮ ਤੇ ਨਿਮਰਤਾ ਨਹੀਂ ਰਹੀ। ਪਰਮੇਸ਼ਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕੀ ਪਿਆਰ, ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ ਜੋ ਜਪਦਾ ਤੇ ਜਪਾਉਂਦਾ ਹੈ, ਪਰ ਪੱਛਮੀ ਵਿਦਿਆ ਪੜ੍ਹ ਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈਆਂ, ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਨੂੰ ਇੱਕ ਧੁੱਲ ਕਹਿ ਹਉਮੈ ਨਾਲ ਸਤਸੰਗ ਵਿੱਚ ਈਰਖਾ, ਦਵੈਕ ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਤੇ ਫਾਤਮਾ ਵਾਂਗ ਦਿਆਲੂ ਤੇ ਨਿਰਮਾਨ ਹੁੰਦੇ ਸਨ ਅਤੇ ਸਤਿਕਾਰ, ਸ਼ੁਕਰ ਤੇ ਆਦਰ ਨਾਲ ਸ਼ਰਧਾਲੂ ਹੋ ਕੇ ਕ੍ਰਿਤ ਹੁੰਦੇ ਸਨ। ਗੁਰਿਆਈ ਗੁਰੂ ਸਾਹਿਬਾਨ ਵਿੱਚ ਮੰਨ ਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ। ਗੱਲ ਕਾਹਦੀ, ਕਾਫਲਾ ਤੁਰਿਆ ਔਰ ਸਤਵੰਤ ਕੌਰ ਦੀਆਂ ਮੁੜ ਵਤਨਾਂ ਨੂੰ ਮੁਹਾਰਾ ਮੁੜੀਆਂ। ਇੱਕ ਬਿਰਧ ਪੁਰਖ ਜਸਵੰਤ ਸਿੰਘ ਦੇ ਤੇ ਇੱਕ ਨੌਕਰ, 3 ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ। ਅਜੇ 2 ਕੁ ਮੰਜ਼ਲਾਂ ਹੀ ਗਏ ਸਨ ਕਿ ਪਿੱਛੋਂ ਅਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੋ। ਕਾਫਲਾ ਰੁਕ ਗਿਆ ਔਰ ਸਰਕਾਰੀ ਅਹਿਦੀਏ ਆ ਕੇ ਲੱਗੇ ਤਲਾਸ਼ੀ ਲੈਣ। ਹਜ਼ਾਰਾਂ ਰੁਪਇਆਂ ਦਾ ਸਮਾਨ, ਪਿੱਠੂ, ਗੰਢਾ, ਬਿਸਤਰੇ, ਸੰਦੂਕ, ਯਖਦਾਨ ਲੱਗੇ ਫਲੀਜਣ। ਕਾਰਨ ਇਹ ਸੀ ਕਿ ਅਮੀਰ ਦਾ ਇੱਕ ਹੀਰਾ ਜਾਂਦਾ ਰਿਹਾ ਸੀ। ਚੋਰ ਦਰਬਾਰ ਦੇ ਵਿੱਚ ਹੀ ਸੀ। ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ, ਮੱਤਾ ਚੋਰ ਇਸ ਕਾਫਲੇ ਵਿੱਚ ਹਿੰਦੁਸਤਾਨ ਨੂੰ ਭੱਜਾ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਾਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ। ਸੋ ਹੁਣ ਲੱਗੇ ਫਰੋਲਾ ਫਰਾਲੀ ਕਰਨ। ਪਾਤਸ਼ਾਹ ਜੇ ਹੁਕਮ ਦੇਵੇ ਕਿ 1 ਪੈਸੇ ਦੀ ਚੀਜ਼ ਚੁੱਕ ਲਿਆਓ, ਤਦ ਨੌਕਰ ਹਜ਼ਾਰਾਂ ਰੁਪਇਆਂ ਨੂੰ ਹੱਥ ਫੇਰਦੇ ਸਨ। ਸੋਈਓ ਇੱਥੇ ਹੋਈ। ਹੁਕਮ ਤਾਂ ਮਾਲ ਤਲਾਸ਼ੀ ਦਾ ਸੀ। ਨੌਕਰਾਂ ਜਾਮੇ ਤਲਾਸ਼ੀ ਵੀ ਸ਼ੁਰੂ ਕੀਤੀ। ਕੱਪੜੇ ਲਹਾ ਕੇ ਸਰੀਰ ਦੀ ਵੀ ਤਲਾਸ਼ੀ ਲੈਣ, ਤ੍ਰਿਮਤਾ ਨੂੰ ਤ੍ਰਿਮਤਾ ਦੇਖਣ। ਇਹ ਹਾਲ ਦੇਖ ਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕਿੱਕਰ ਹੋਊ। ਜੇ ਮੈਂ ਜਨਾਨੇ ਲਿਬਾਸ ਵਿੱਚ ਹੁੰਦੀ ਤਦ ਵੀ ਖੈਰ ਸੀ। ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਤੇ ਮੇਰਾ ਪਰਦਾ ਉਗੜ ਜਾਣਾ ਹੈ। ਨਾ ਫੜੀਂਦੀ ਵੀ ਫੜੀ ਜਾਵਾਂਗੀ, ਕਰਾਂ ਤੇ ਕੀ ਕਰਾਂ, ਕਿਸ ਉਪਾਅ ਨਾਲ ਬਚਾਂ। ਸਾਰਾ ਦਿਨ ਉੱਧਰ ਤਲਾਸ਼ੀ ਹੁੰਦੀ ਰਹੀ, ਉੱਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ। ਉਸ ਦਾ ਉੱਚਾ ਹੋ ਗਿਆ ਮਨ, ਉਸ ਦੀ ਦੁੱਖਾਂ ਦੀ ਸਾਨ ਤੇ ਚੜ੍ਹ ਕੇ ਤਿੱਖੀ ਹੋ ਗਈ ਅਕਲ। ਸਾਰਾ ਦਿਨ ਸੋਚਦੀ ਰਹੀ। ਨਾ ਤਾਂ ਕੋਈ ਸੁਲਝਾਓ ਸੁੱਝਾ ਤੇ ਨਾ ਹੀ ਦਿਲ ਨੇ ਨਿਰਾਸਤਾ ਦਾ ਲੜ ਫੜਿਆ। ਸੰਝਾਂ ਪੈ ਗਈਆਂ ਤੇ ਕਾਫਲੇ ਤੋਂ ਦੂਰ ਚੁਫੇਰੇ ਪਹਿਰੇ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿੱਚ ਅੱਧੀ ਵੀ ਨਹੀਂ ਮੁੱਕੀ। ਸੋ ਘੇਰਾ ਕੱਤਿਆ ਗਿਆ ਔਰ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ। ਦਿਨ ਦਾ ਉਜਾਲਾ ਲੋਪ ਹੋ ਗਿਆ। ਰਾਤ ਦਾ ਹਨੇਰਾ ਆ ਪਸਰਿਆ। ਪੰਛੀ ਘੁਰਨਿਆਂ ਵਿੱਚ ਜਾ ਲੁਕੇ। ਲੋਕੀ ਘਰਾਂ ਵਿੱਚ ਜਾ ਵੜੇ। ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ। ਆਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿਸਣ ਵਾਲੀਆਂ ਜੋਤਾਂ ਨੇ ਰੋਸ਼ਨ ਕਰ ਦਿੱਤਾ। ਚੰਦਰਮਾ ਚੜ੍ਹ ਪਿਆ। ਸਰਦ ਚਾਂਦਨੀ ਵਰਗੀ ਨਿਖਰੀ ਹੋਈ ਚਾਂਦਨੀ ਫੈਲ ਗਈ। ਅੱਖਾਂ ਅਸਮਾਨਾਂ ਨੂੰ ਦੇਖ ਕੇ ਠਰਦੀਆਂ ਤੇ ਸੁਹਾਓ ਦੇ ਕਾਰਨ ਤਰੌਤੀਆਂ ਹੁੰਦੀਆਂ ਜਾਂਦੀਆਂ ਹਨ। ਪਰ ਹਾਏ, ਮਾਂ ਦੀ ਮਮਤਾ ਕੈਸੇ ਸੀਤਲ ਸਮੇਂ ਗਰਮ ਹੌਕੇ ਤੇ ਠੰਡੇ ਸਵਾਸ ਲੈ ਕੇ ਆਪਣੇ ਗਮਾਂ ਦੇ ਗੋਤਿਆਂ ਵਿੱਚੋਂ ਡਿੱਗਦੇ ਮਨ ਨੂੰ ਢਾਰਸਾਂ ਦੇ ਕੇ ਪ੍ਰਾਰਥਨਾ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ।
ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਨ ਕਹਿੰਦੀ ਹੈ, ਗਿੱਲੀਆਂ ਚਿਮਣੀਆਂ ਨੂੰ ਪੂੰਝਦੀ ਹੈ ਤੇ ਦਿਲ ਵਿੱਚ ਭਾਣਾ ਮੰਨਣ ਦਾ ਉਦਮ ਕਰਦੀ ਹੈ। ਪਰ ਮਮਤਾ ਦੀ ਲਹਿਰ ਉਮੜ ਕੇ ਸਿਰ ਨੂੰ ਰੁੱਖ ਕਰਦੀ ਤਪਦੇ ਹੰਝੂ ਤਰਪ ਤਰਪ ਕੇਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਆਵਾਜ਼ ਪੈਂਦੀ ਹੁੰਦੀ ਹੈ। ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫਿਰ ਚਿੰਤਾ ਦੇ ਖੂਹ ਵਿੱਚੋਂ ਹੰਭਲਾ ਮਾਰ ਕੇ ਭਾਣੇ ਦੀ ਮਣ ਤੇ ਚੜ੍ਹਦਾ ਹੈ। ਸ਼ੁਕਰ ਭਾਣਾ ਰਜਾ ਮੂੰਹੋਂ ਨਿਕਲਦਾ ਹੈ। ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਆਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦਰਮਾ ਦੀ ਖਿੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤੇ ਫਿਰ ਆਹ ਭਰ ਕੇ ਕਹਿੰਦੀ ਹੈ, ਪਿਆਰੀ ਦੁਲਾਰੀ ਕਿਸੇ ਧਰਤੀ ਤੇ ਬੈਠੀ, ਖਬਰੇ ਤੂੰ ਵੀ ਇਸ ਵੇਲੇ ਚੰਦ ਨੂੰ ਦੇਖਦੀ ਹੋਵੇਂ, ਮੈਂ ਵੀ ਇਸ ਨੂੰ ਦੇਖ ਰਹੀ ਹਾਂ। ਨਜ਼ਰਾਂ ਤਾਂ ਇਸ ਮੰਡਲ ਤੇ ਇਕੱਠੀਆਂ ਹੋ ਗਈਆਂ, ਪਰ ਹਾਏ ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ, ਮੈਂ ਕੈਸੀ ਸਿਦਕਹੀਨ ਸਿੱਖ ਹਾਂ। ਭਾਣੇ ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸਕੀ। ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜ ਕਸੈਲਾ ਹੋ ਕੇ ਲੰਘ ਜਾਂਦਾ, ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ। ਹਾਏ ਕੋਈ ਸੋਧ ਧੀ ਦੀ ਨਹੀਂ ਪੈਂਦੀ, ਬੱਚੀ ਚੰਗੀ ਗਈਓ। ਕਹਿੰਦੇ ਹਨ ਜਾ ਧੀਆ ਰਾਵੀ, ਨਾ ਕੋਈ ਆਵੀ ਤੇ ਨਾ ਕੋਈ ਜਾਵੀ। ਤੇ ਇੱਥੇ ਤਾਂ ਧੀ ਗਈ ਅਟਕੋਂ ਪਾਰ, ਨਾ ਕੋਈ ਖਬਰ ਤੇ ਨਾ ਕੋਈ ਸਾਰ। ਉਸ ਦੇਸ਼ ਵਲੁੰਦਰੀ ਗਇਓ, ਜਿੱਧਰੋਂ ਗਿਆ ਕੋਈ ਨਹੀਂ ਮੁੜਦਾ। ਕੋਈ ਐਨੀ ਖਬਰ ਹੀ ਆ ਦੱਸੇ, ਜੋ ਸ਼ਰਮ ਧਰਮ ਵਿੱਚ ਬਚੜੀ ਮਰ ਗਈ ਹੈ। ਵਾਹ, ਕੋਈ ਮਰਨ ਦੀ ਸੁਣਾਉਣੀ ਹੀ ਆ ਸੁਣਾਵੇ ਤਾਂ ਸ਼ਦਿਆਣੇ ਕਰਾਂ, ਦੁੱਧ ਦਾ ਕਟੋਰਾ ਪੀਆਂ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜ਼ੂਰ ਸਾਹਿਬ ਜੀ ਦੀ ਯਾਤਰਾ ਦੇ ਤੁੱਲ ਜਾਣਾ। ਪਰ ਕੌਣ ਦੱਸੇ ਕਿ ਬੱਚੀ ਫਰਸ਼ਾਂ ਤੇ ਰੁਲ ਰਹੀ ਹੈ, ਕਿ ਅਰਸ਼ਾਂ ਤੇ ਕੁਰਸੀ ਨਸ਼ੀਨ ਹੋ ਰਹੀ ਹੈ। ਮੇਰੇ ਲਹੂ ਮੇਰੇ ਜਿਗਰ ਦਾ ਜਿਗਰ ਹਾਂ, ਮੈਥੋਂ ਕੀਕੁਰ ਤ੍ਰਿਕਿਆ ਗਿਆ, ਕਈਆਂ ਵਿਲਖਾਂ ਪੈ ਗਈਆਂ। ਇਸ ਤਰ੍ਹਾਂ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਗਏ। ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁਕ ਗਿਆ। ਅੱਖਾਂ ਅੱਗੇ ਛੱਪੜ ਢਹਿ ਪਏ। ਬੈਠੀ ਬੈਠੀ ਦੀ ਮਾਂ ਨੂੰ ਅੱਖ ਲੱਗ ਗਈ। ਅੱਖ ਲੱਗੀ ਵਿੱਚ ਮਾਂ ਕੀ ਦੇਖਦੀ ਹੈ ਕਿ ਇੱਕ ਪਹਾੜੀ ਜਿਹੀ ਦੇ ਲਾਗੇ ਇੱਕ ਪਾਣੀ ਦੀ ਕੂਲ ਵਗ ਰਹੀ ਹੈ। ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਆਵਾਜ਼ ਵਿਪਲ ਵਿਪਲ ਵਾਂਗੂ ਆ ਰਹੀ ਹੈ। ਇੱਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿਛਾਂ ਦਾ ਝੁੰਡ ਹੈ। ਇਸ ਪਰ ਕਾਲੇ ਅੰਗੂਰਾਂ ਦੀ ਵੇਲ ਚੜੀ ਹੋਈ ਹੈ। ਸਾਵੇਂ ਸਾਵੇਂ ਪੱਤਿਆਂ ਵਿੱਚੋਂ ਗੁੱਛਿਆਂ ਦੇ ਗੁੱਛੇ ਲਟਕ ਰਹੇ ਹਨ। ਹੇਠਾਂ ਇਸ ਦੀ ਪਿਆਰੀ ਸਤਵੰਤ ਕੌਰ ਬੈਠੀ ਹੈ। ਅੱਖਾਂ ਧਰਤੀ ਵਿੱਚ ਗੱਡੀਆਂ ਹਨ। ਹੱਥਾਂ ਨਾਲ ਕੱਖ ਤਰੋੜ ਰਹੀ ਹੈ। ਕਿਸੇ ਵੇਲੇ ਹੌਕਾ ਲੈਂਦੀ, ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫਿਰ ਚੁੱਪ ਹੋ ਜਾਂਦੀ ਹੈ। ਧਿਆਨ ਲਾ ਕੇ ਜੋ ਮਾਊਨ ਨੇ ਸੁਣਿਆ ਤਾਂ ਸਤਵੰਤ ਕੌਰ ਨੇ ਹੁਣ ਇਹ ਗਾਉਣ ਗਾਇਆ, ਇਸ ਦਰਦ ਵੈਰਾਗ ਨਾਲ ਕਿ ਪੱਥਰ ਵੀ ਪੰਗਰ ਪੈਣ। ਕਿਸੇ ਗੁਆਂਢਣ ਨੇ ਆਖਿਆ, ਮਾਏ ਤੇਰਾ ਪਿਓ ਭਰਾ ਗਿਆ ਆਏ, ਜੀ ਵਿੱਚੋਂ ਹੋਈਆਂ ਸ਼ਾਦੀਆਂ ਮਾਏ, ਮੇਰੇ ਮਨ ਵਿੱਚ ਹੋਇਆ ਇਹ ਚਾਏ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਇਹ ਸੁਣਦੀ ਮਾਂ ਅੱਗੇ ਨੂੰ ਵਧੀ ਔਰ ਧੀ ਨੂੰ ਕੁੱਟ ਕੇ ਜੱਫੀ ਪਾ ਲਈ, ਪਰ ਕਲਾਈ ਵਿੱਚ ਕੁਝ ਵੀ ਨਾ ਆਇਆ। ਸਗੋਂ ਜੋ ਅੱਖਾਂ ਨਾਲ ਧੀ ਦਿਸ ਰਹੀ ਸੀ ਉਹ ਵੀ ਦਿਸਣੋਂ ਰਹਿ ਗਈ। ਇੱਧਰ ਤੱਕ ਉੱਧਰ ਦੇਖ, ਪਰ ਧੀ ਦਿਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿਸਦਾ ਹੈ। ਉਹ ਵਿਹੜਾ ਜਿੱਥੇ ਪਿਆਰੀ ਪੁੱਤਰੀ ਹਰਨੌਟੀਆਂ ਵਾਂਗ ਚੌਂਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿੱਥੇ ਨਿੱਕੀ ਹੁੰਦੀ ਗੀਟੇ ਖਿੱਦੂ ਖੇਡਦੀ ਥਾਲ ਪਾਇਆ ਕਰਦੀ ਸੀ। ਮਾਂ ਦੀ ਨਜ਼ਰ ਦੇ ਸਾਹਮਣੇ ਸੁੰਨਾ ਪਿਆ ਹੈ। ਬੜਾ ਲੰਮਾ ਡੂੰਘਾ ਸਾਹ ਭਰਿਓ, ਹਾਏ ਸੁਫਨਾ। ਬੱਚੀ ਨੂੰ ਜਿਉਂਦੀ ਹਾਂ, ਬੱਚੀ ਤੂੰ ਜਿਉਂਦੀ ਹੈ ਔਰ ਹਾਵਿਆਂ ਵਿੱਚ ਦਿਨ ਕੱਟ ਰਹੀ ਹੈ। ਮੈਂ ਕੀ ਕਰਾਂ, ਕੀ ਬਣਾਵਾਂ। ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੁੰਦਕ ਨਾ ਪਈ। ਗੁਰੂ ਸੁਆਰੇ ਭਾਈ ਜੀ ਨੇ ਵੀ ਕੋਈ ਪਤਾ ਨਾ ਭੇਜਿਆ। ਹੇ ਗੁਰੂ, ਹੁਣ ਮੈਂ ਆਪ ਕਾਬਲ ਜਾਵਾਂ, ਆਪ ਤਾਈ ਕਰਾਂ, ਆਪ ਖੋਜਾਂ। ਮੇਰੀਆਂ ਆਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ, ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ। ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂ। ਹੇ ਸਾਈਂ, ਜਾ ਬਚੜੀ ਭੇਜ, ਜਾਂ ਮੈਨੂੰ ਮੇਟ ਹੈ, ਮੈਨੂੰ ਮੇਟ। ਇਹ ਕੀ ਨਾ ਸ਼ੁਕਰੀ ਹੈ। ਇੱਕ ਭਾਰੀ ਗੰਭੀਰ ਆਵਾਜ਼ ਨੇ ਡਿਓਢੀ ਵਿੱਚੋਂ ਆਖਿਆ। ਤਰਬਕ ਕੇ ਮਾਤਾ ਅਰਥਾਤ ਬਸੰਤ ਕੌਰ ਉੱਠ ਖੜੋਤੀ ਔਰ ਆਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ।
ਉਹ ਹੁਣ ਵਿਹੜੇ ਵਿੱਚ ਆ ਪਹੁੰਚੇ ਸਨ। ਸਿਰ ਨਿਵਾਉਂਦੀ ਨਾਰ ਨੇ ਦੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਪ੍ਰੀਏ, ਇਹ ਕੀ ਬੇਸਿਦਕੀ ਹੈ? ਸਾਈਂ ਸਾਨੂੰ ਰਚੇ ਸਾਈਂ ਮੇਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ਸਾਨੂੰ ਮੇਟ? ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ? ਤੁਸੀਂ ਤਾਂ ਬੜੇ ਧੀਰਜੀ ਸਾਊ ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਝੱਲਦੇ ਰਹੇ, ਪਰ ਅੱਜ ਕੀ ਹੋਇਆ? ਬਸੰਤ ਕੌਰ ਨੇ ਆਖਿਆ, ਖਿਮਾ ਕਰਨੀ ਸਿੰਘ ਜੀ, ਜਨਾਨੀ ਦਾ ਆਲਮ ਬਹੁਤ ਖੋਟਾ ਹੈ। ਅਸੀਂ ਪਸ਼ੂ ਹਾਂ, ਮਹਾਰਾਜ ਜੀ ਦਾ ਵਾਕ ਹੈ, ਚੌਣੇ ਸੋਈ ਨਾ ਪਾਈਏ, ਚੁਣ ਚੁਣ ਖਾਵੇ ਘਾਸ। ਕਿੰਨਾ ਸਮਝਾਓ ਬੁਝਾਓ, ਸਾਡਾ ਅਸਲਾ ਨਹੀਂ ਸੋਰਦਾ। ਜੋ ਦਿਨ ਲੰਘੇ ਆਪ ਦੀ ਕਿਰਪਾ ਨਾਲ ਲੰਘੇ। 2 ਹੀ ਦਿਨ ਤੁਸੀਂ ਵਾਂਢੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ। ਮੇਰੇ ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰਿੰਗਵਣਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿੱਚ ਹੀ ਪਿੰਗਲਾ ਹੋ ਟੱਠਾ। ਅੱਜ ਮੈਂ ਆਮ ਤ੍ਰਿਮਤਾ ਵਾਂਗ ਹਾਵੇ ਕੱਢੇ ਹਨ, ਵਹਿਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਤ੍ਰਿਕਾਰਿਆ ਹੈ, ਜੀਵਨ ਕੌੜਾ ਜਾਣ ਕੇ ਮੌਤ ਮੰਗੀ ਹੈ ਔਰ ਸਦਾ ਪਿਆਰੇ ਸਿਰਜਣਹਾਰ ਦੀ ਬੇਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾ। ਮੈਨੂੰ ਕਾਬਲ ਤੋਰ ਦਿਓ, ਜੋ ਜਾਂ ਤਾਂ ਧੀ ਨੂੰ ਲੱਭ ਲਵਾਂ ਜਾਂ ਪੱਥਰਾਂ ਨਾਲ ਸਿਰ ਟਕਰਾ ਕੇ ਮਰ ਜਾਵਾਂ। ਹਿੰਮਤ ਸਿੰਘ, ਪ੍ਰਿਆ ਜੀ, ਮੈਂ ਨਹੀਂ ਮੰਨਦਾ ਕਿ ਤ੍ਰਿਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ। ਕੁਸੰਗ ਬਹੁਤ ਵੇਰ ਤ੍ਰਿਮਤਾ ਦੇ ਉਦਾਲੇ ਹੋ ਜਾਂਦਾ ਹੈ, ਜੋ ਸਤਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣ, ਇਹ ਮੋਹ ਦੀ ਪ੍ਰਬਲਤਾਈ ਹੈ। ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਕਰੜੀ ਖੇਡ ਹੈ। ਤੁਸੀਂ ਰੋਏ ਹੋ, ਪਰ ਪਿਆਰ ਨਾਲ ਰੋਏ। ਤੁਹਾਨੂੰ ਕੋਈ ਵਲੇਵਾ ਨਹੀਂ ਹੈ ਜਿਸ ਨੇ ਰਵਾਇਆ ਹੋਵੇ। ਤੁਹਾਡੀ ਧੀ ਦੇ ਦੁੱਖਾਂ ਦਾ ਕਸ਼ਟ ਰਵਾਉਂਦਾ ਹੈ, ਹਾਂ, ਪਰ ਤੁਸੀਂ ਰੋਏ ਉਹਨਾਂ ਵਾਂਗ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ। ਤੁਸੀਂ ਵੈਰਾਗ ਉਹਨਾਂ ਵਾਂਗ ਕੀਤਾ ਜੋ ਗੁਰੂ ਪਿਆਰ ਦੀ ਛਾਂ ਤੋਂ ਖਾਲੀ ਮਨਮਤ ਦੇ ਰੜੇ ਵਿੱਚ ਤਪ ਰਹੇ ਹਨ। ਤੁਸੀਂ ਉਹਨਾਂ ਵਾਂਗ ਹਾਵੇ ਕੀਤੇ ਹਨ ਜਿਨ੍ਹਾਂ ਬਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਸੰਗ ਦੇ ਆਸਰੇ ਤੋਂ ਸਖਣੇ ਡਾਵਾਂ ਡੋਲ ਰਹਿਣ ਵਾਲੇ ਲੋਕ ਕੱਢਦੇ ਹਨ। ਹਾਂ, ਇਸਤਰੀ ਅਰਧੰਗ ਹੈ। ਜੇ ਸੁਖੀ ਹੈ ਤਾਂ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ। ਫਿਰ ਵਹੁਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ, ਲੋ ਵਿਚਾਰ ਕਰੋ, ਇੱਕ ਤਾਂ ਧੀ ਗਈ, ਇੱਕ ਅਸਾਂ ਅੱਜ ਸਿੱਖੀ ਸਿਦਕ ਨੂੰ ਵਿਦਾਇਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ਰ ਦੀ ਦਾਤ ਸੀ, ਆਪਣੀ ਦਾਤ ਉਸ ਨੇ ਲੈ ਲਈ। ਦੁੱਖ ਹੈ ਤਾਂ ਇਹ ਹੈ ਕਿ ਖਬਰੇ ਕਿਹੜੇ ਦੁੱਖ ਨੂੰ ਫੜੀ ਹੋਈ ਹੋਊ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਆਈ ਸੀ। ਜੇ ਉਹਨਾਂ ਦਾ ਉਪਰਾਲਾ ਸਾਡੇ ਵੱਸੋਂ ਬਾਹਰ ਸੀ, ਤਦ ਹੁਣ ਦਾ ਵੀ ਉਸੇ ਤਰ੍ਹਾਂ ਦਾ ਹੈ। ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ, ਅਸਾਂ ਘਰ ਕੱਤਿਆ ਹੈ। ਸੋਚ ਬਾਹਲੀ ਇਹ ਪੈਂਦੀ ਹੈ ਕਿ ਉਸ ਦਾ ਸਤ ਧਰਮ, ਉਸ ਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜਿਉਂਦੀ ਹੋਵੇ ਤਾਂ ਨਿਸੰਗ ਹੋਵੇ, ਇਹ ਲੈ ਕੇ ਮਰ ਗਈ ਹੋਵੇ ਤਾਂ ਨਿਸੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸ ਨੇ ਕਦੇ ਕਮਜ਼ੋਰੀ ਨਹੀਂ ਖਾਣੀ। ਉਸ ਦੀਆਂ ਰਗਾਂ ਵਿੱਚ ਪਵਿੱਤਰ ਖੂਨ ਹੈ, ਉਸ ਦੇ ਦਿਲ ਵਿੱਚ ਸਿੱਖੀ ਦੀ ਗੈਰਤ ਤੇ ਅਣਖ ਹੈ। ਤੁਸੀਂ ਵੀ ਸਿਦਕ ਰੱਖੋ। ਵੇਖੋ, ਜੇ ਤੁਸੀਂ ਆਪਣੇ ਜੀਅ ਵਿੱਚ ਸ਼ੱਕ ਕੀਤਾ ਕਿ ਧੀ ਖਬਰੇ ਢਹਿ ਪਈ ਹੋਵੇ, ਤਦ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ ਉਸ ਨੂੰ ਢਹਿੰਦੀਆਂ ਕਲਾਂ ਲਹਿਰ ਮਾਰੇਗਾ। ਤੁਸੀਂ ਮਨ ਵਿੱਚ ਚੜ੍ਹਦੀ ਕਲਾ ਨੂੰ ਵਾਸ ਦਿਓ। ਜਦ ਧੀ ਯਾਦ ਆਵੇ ਤਾਂ ਇਹ ਖਿਆਲ ਬੰਨੋ ਕਿ ਸਿਦਕ ਵਿੱਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਹੇ ਗੁਰੂ ਜੀ, ਸਹਾਇਤਾ ਕਰੋ। ਆਖੋ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਐਸਾ ਕਰਨ ਨਾਲ ਧੀ ਦੀ ਵਾਸ਼ਨਾ ਦੀ ਡੋਰ ਚੜ੍ਹਦੀ ਕਲਾ ਵਿੱਚ ਰਹੇਗੀ। ਦਿਸਣ ਵਾਲੇ ਸੰਸਾਰ ਨੂੰ ਸਭ ਕੁਝ ਨਾ ਜਾਣੋ, ਨਾ ਦਿਸਣ ਵਾਲਾ ਦਿਸਣ ਵਾਲੇ ਤੋਂ ਬਹੁਤ ਵਿਸ਼ਾਲ ਹੈ। ਉਸ ਦੇ ਤਰੀਕੇ ਤੇ ਤਾਕਤਾਂ ਸੂਖਮ ਹਨ ਪਰ ਬਲਵਾਨ। ਤੁਹਾਡੇ ਸੰਕਲਪ ਨਾ ਦਿਸਣ ਵਾਲੇ ਜਗਤ ਵਿੱਚ ਤੀਰਾਂ ਵਾਂਗੂ ਚਾਲ ਰੱਖਦੇ ਤੇ ਨਿਸ਼ਾਨੇ ਅੱਪੜਦੇ ਹਨ, ਪੁੰਦੇ ਪੁੜਦੇ ਤੇ ਆਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡੇਗਦੇ ਹਨ, ਸੁਆਰਦੇ ਹਨ, ਵਿਗਾੜਦੇ ਹਨ, ਚਾਹੇ ਬਹੁਤ ਚਾਹੇ ਥੋੜ੍ਹਾ। ਜੋ ਕੁਝ ਅਸਾਂ ਅੱਜ ਕੀਤਾ ਹੈ ਉਸ ਨਾਲ ਤੁਸਾਂ ਧੀ ਵੀ ਰੋਂਦੀ ਦੇਖੀ ਹੈ। ਪਿਆਰੀ ਧੀ ਨੂੰ ਜਦ ਦੇਖੀਦਾ ਹੈ, ਚੜ੍ਹਦੀਆਂ ਕਲਾਂ ਵਿੱਚ ਦੇਖੀਦਾ ਹੈ, ਉਸ ਵੇਲੇ ਅਸੀਸ ਦੇਈਦੀ ਹੈ, ਬੱਚੀ ਤੂੰ ਕਦੇ ਢਹਿੰਦਿਆਂ ਕਲਾਂ ਵਿੱਚ ਨਾ ਪਵੇਂ। ਸਤਸੰਗ ਵਿੱਚ ਰੋਜ਼ ਇਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤ੍ਰਿਮਤਾ ਕੈਦ ਹੋਏ ਹਨ,
ਉਹ ਸਿੱਖੀ ਸਿਦਕ ਵਿੱਚ ਪੱਕੇ ਰਹਿਣ। ਸਾਨੂੰ ਸ਼ੱਕ ਨਹੀਂ ਕਿ ਸਾਡਾ ਇਕਬਾਲ ਵੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੋਵੇ? ਬਾਬੇ ਬੰਦੇ ਦੇ ਨਾਲ 800 ਕੇ 1000 ਸਿੱਖ ਕੈਦ ਪਏ ਸਨ। ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜ ਕੇ ਵਿੱਚ ਪਾ ਦਿੱਤੇ ਗਏ ਸਨ, ਪਰ ਕਿਸੇ ਧਰਮ ਨਹੀਂ ਹਾਰਿਆ। ਮੈਂ ਨਹੀਂ ਕਹਿੰਦਾ ਹੰਕਾਰ ਦਾ ਹਮਾ ਬੰਨੋ, ਪਰ ਸਿਦਕ ਤੇ ਭਰੋਸਾ ਬੰਨੋ ਔਰ ਸ਼ੱਕ, ਭੈ ਤੇ ਭਰਮ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ, ਆਪਣੇ ਆਤਮਾ ਨੂੰ ਭਰੋਸੇ ਵਿੱਚ ਰੱਖਦੇ ਹੋਏ ਚੜ੍ਹਦੀਆਂ ਕਲਾ ਵਿੱਚ ਹੋ ਕੇ ਉਹ ਪੱਕੇ ਸੰਕਲਪ ਕਰੋ, ਗੁਰੂ ਚਾਹੇ ਤਾਂ ਉਹ ਕੁਝ ਹੀ ਹੋਵੇਗਾ। ਬਸੰਤ ਕੌਰ ਨੇ ਕਿਹਾ, ਸੱਚ ਹੈ ਸਵਾਮੀ ਜੀ, ਪਰ ਆਪ ਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ। ਦੇਖੋ ਕੋਈ ਸੱਜਰੇ ਕੱਥੇ ਦਿਨ ਨਹੀਂ ਰਹੇ, ਪਰ ਜਿਸ ਵੇਲੇ ਰੋਟੀ ਖਾਣ ਬੈਠਾ ਜੀ ਕਹਿੰਦਾ ਖਬਰੇ ਧੀ ਖਾ ਬੈਠੀ ਕਿ ਭੁੱਖੀ ਹੈ। ਜਦ ਸੌਣ ਲੱਗਾ ਜੀ ਕਹਿੰਦਾ ਖਬਰੇ ਧੀ ਰੜੇ ਵਿੱਚ ਹੈ ਕਿ ਸੌੜੇ 'ਚ। ਦੁੱਧ ਚਾਹੁੰਦੀ ਹਾਂ ਤਾਂ ਕਹਿੰਦੀ ਆ ਬੱਚੀ ਤੇਰਾ ਰਲਿਆ ਹੋ ਚੁੱਕਾ। ਰੇੜਕਾ ਪਾਉਂਦੀ ਹਾਂ ਤਾਂ ਕਹਿੰਦੀ ਤਾਂ ਹਾਂ ਹੁਣ ਮੈਨੂੰ ਕੌਣ ਆਖੇ। ਅੰਮੀ ਨੀ ਤੂੰ ਘੁੰਮ ਮਧਾਣੀ, ਆਨੀ ਆ ਮੈਂ ਆਨੀ ਹਾਂ। ਬੇਹੀ ਰੋਟੀ ਸੱਜਰਾ ਮੱਖਣ, ਪੀੜੇ ਬਹਿ ਕੇ ਖਾਨੀ ਹਾਂ। ਪਤੀ ਜੀ ਫਿਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ ਝੱਟ ਵਿਚਾਰ ਵਿੱਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰਚ ਦਿੱਤਾ ਸੀ, ਜਿਸ ਨੇ ਦੁੱਧ ਮੁੱਕਣ ਤੋਂ ਪਹਿਲਾਂ ਉਸ ਦੇ ਦੰਦ ਕੱਢ ਦਿੱਤੇ ਸਨ, ਉਸ ਪਰਮੇਸ਼ਰ ਨੇ ਕੈਦ ਪੈਣ ਤੇ ਪਹਿਲਾਂ ਉਸ ਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫਿਰ ਮੈਂ ਸੋਚਦੀ ਹਾਂ ਉਹ ਸ਼ੇਰ ਪੁੱਤਰੀ ਦੁੱਖਾਂ ਨੂੰ ਕੱਟ ਜਾਵੇਗੀ। ਮੈਨੂੰ ਉਸ ਪਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖਬਰੇ ਇਸ ਕਸ਼ਟਣੀ ਵਿੱਚ ਕੋਈ ਭਲਾਈ ਹੋਵੇ। ਵਾਹਿਗੁਰੂ ਜੇ ਕੁਝ ਕਰਦਾ ਹੈ ਤਾਂ ਸਾਡਾ ਭਲਾ ਕਰਦਾ ਹੈ। ਕੀ ਜਾਣੀਏ ਕਾਬਲ ਵਿੱਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤ ਹੀ ਕਰ ਸਕਦੀ ਹੋਵੇ। ਗੁਰੂ ਨੇ ਇਸ ਕਰਕੇ ਉਸ ਨੂੰ ਉੱਥੇ ਭੇਜਿਆ ਹੋਵੇ। ਗੁਰੂ ਦੇ ਕਾਰੇ ਗੁਰੂ ਜਾਣਦਾ ਹੈ। ਸਾਨੂੰ ਸਿਦਕ ਲੋੜੀਏ। ਐਉਂ ਸੋਚਾਂ ਤਾਂ ਮੈਂ ਤਕੜੀ ਰਹਿੰਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ ਬਹੁਤ ਦੁੱਖ ਇਸੇ ਕਰਕੇ ਕਰਦੀ ਹਾਂ ਨਾ ਜੇ ਜੋ ਮੇਰੀ ਧੀ ਹੈ। ਅੱਗੇ ਵੀ ਕਈ ਵੇਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ। ਮੇਰੇ ਜੀ ਨੂੰ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਝ ਮੈਨੂੰ ਮੇਰੀ ਕਰਕੇ ਹੋਇਆ ਤੇ ਗੁਰੂ ਗ੍ਰੰਥ ਜੀ ਦਾ ਵਾਕ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਪਤੀ ਸੱਚ ਹੈ। ਪਤੀ ਨੇ ਕਿਹਾ ਸੱਚ ਹੈ, ਦੁੱਖ ਹੈ ਤਾਂ ਮੈਂ ਮੇਰੀ ਦਾ ਹੀ ਹੈ, ਪਰ ਮੈਂ ਮੇਰੀ ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ। ਪਰ ਭੁਲੇਖਾ ਵੀ ਇੱਕ ਇੱਥੇ ਹੈ, ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕੀ ਜਾਣਦੇ ਹਨ ਉਹ ਕਮਜ਼ੋਰ ਤੇ ਨਿਤਾਣੇ ਹੋ ਰਹੇ ਹਨ। ਲੋਕੀ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ ਮੈਂ ਮੇਰੀ ਤਿਆਗ ਬੈਠੇ ਹਾਂ। ਮੈਂ ਮੇਰੀ ਜੋ ਦੁੱਖ ਦਾਤੀ ਹੈ ਉਸ ਦਾ ਤਿਆਗ ਕਰੀਦਾ ਹੈ। ਅਸਲ ਮੈਂ ਸ਼ੁੱਧ ਮੈਂ ਤਾਂ ਆਪੇ ਦਾ ਧੂਰਾ ਹੈ, ਕੇਂਦਰ ਹੈ, ਉਸ ਨੂੰ ਵੰਗਾ ਕੇ ਕਾਹਦਾ ਸੁੱਖ। ਇਸ ਤੋਂ ਅਗਲਾ ਭਾਗ, ਇਸ ਤੋਂ ਅਗਲੇ ਦੀ ਕਹਾਣੀ ਇਸ ਤੋਂ ਅਗਲੇ ਭਾਗ ਵਿੱਚ ਪੜਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਤੇ ਅਗਲੇ ਭਾਗ ਦੇ ਵਿੱਚ ਵੀ ਜੁੜੇ ਰਹਿਣਾ। ਧੰਨਵਾਦ।